इश्क ते जनून इंसान तो कुछ भी करवा सकता है। जे किसी चीज़ दे लई इश्क होवे ते उसनूं पाउण दा जनून होवे ते हर काम मुकम्मल हो जाता है। सत श्री अकाल जी सारिਆਂ ਨੂੰ मैं हाँ गगनदीप सिंह ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਠਾਠ ਵੱਖਰੇ ਦੇ ਵਿੱਚ। ਤੇ ਅੱਜ ਜਿਸ ਇਨਸਾਨ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਉਹਨਾਂ ਨੇ ਵੀ ਇਸ਼ਕ ਕੀਤਾ ਹੈ ਤੇ ਉਹਨਾਂ ਨੂੰ ਵੀ ਜਨੂਨ ਹੈ ਤੇ ਉਹਨਾਂ ਨੂੰ ਇਸ਼ਕ ਤੇ ਜਨੂਨ ਹੈ ਜੀ ਸੰਗੀਤ ਦੇ ਨਾਲ, ਜਿਨ੍ਹਾਂ ਨੇ ਸੰਗੀਤ ਦੀ ਵਿਰਾਸਤ ਨੂੰ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਤੇ ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜੀ ਗੁਰਮੁਖ ਸਿੰਘ ਲਾਲੀ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ ਠੀਕ ਠਾਕ। ਤੇ ਇਹ ਨੇ ਜੀ ਗੁਰਮੁਖ ਸਿੰਘ ਲਾਲੀ ਜੀ, ਜਿਨ੍ਹਾਂ ਨੇ ਪੰਜਾਬੀ ਸੰਗੀਤ ਦਾ 100 ਸਾਲਾ ਰਿਕਾਰਡ ਜਿਹੜਾ ਹੈਗਾ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗਾ ਕਿ ਇਹ ਇਸ਼ਕ, ਇਹ ਜਨੂਨ ਸੰਗੀਤ ਦੇ ਨਾਲ ਤੁਹਾਡਾ ਕਿਵੇਂ ਪੈ ਗਿਆ ਜੀ? ਗੱਲ ਇਹ ਹੈ ਗਗਨ ਜੀ, ਮੇਰੇ ਪਿਤਾ ਜੀ ਜਿਹੜਾ ਮੇਰਾ ਪਿੰਡ ਸ਼ੇਰ ਸਿੰਘਪੁਰਾ ਹੈ ਜੀ, ਇਹ 38 ਸਾਲ ਸਰਪੰਚ ਰਹੇ ਨੇ। ਅੱਛਾ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਰਹੇ ਨੇ, 2 ਵਾਰ ਲੈਂਡਮਾਰਕ ਬੈਂਕ ਦੇ ਬਲਾਕ ਸਮਿਤੀ ਦੇ ਮੈਂਬਰ ਰਹੇ ਨੇ ਜੀ ਜਿਹੜਾ ਲੀਡਰ ਵਿਅਕਤੀ ਹੁੰਦਾ ਹੈ ਉਹ ਅਖਬਾਰ ਔਰ ਰੇਡੀਓ ਜੀ, ਲਾਜ਼ਮੀ ਪੜ੍ਹਦਾ ਤੇ ਸੁਣਦਾ ਹੈ। ਬਿਲਕੁਲ ਜੀ। ਸਾਡੇ ਘਰੇ ਰੇਡੀਓ ਆ ਗਿਆ ਬਾਹਰ ਦੇ ਵਿੱਚ। ਅੱਛਾ, ਮੈਂ ਚੋਰੀਆਂ ਜੋ ਪਿਤਾ ਜੀ ਲੋਕਾਂ ਦੇ ਕੰਮ ਕਰਾਉਣ ਜਾਂਦੇ ਸਨ ਹਾਂਜੀ ਹਾਂਜੀ। ਤੇ ਮੈਂ ਉਹ ਜਿਹੜਾ ਰੇਡੀਓ ਸੀ ਉਹ ਚੋਰੀਆਂ ਸੁਣਦਾ ਸੀ। ਉਦੋਂ ਪਰਮਿਸ਼ਨ ਨਹੀਂ ਮਿਲਦੀ ਹੁੰਦੀ ਸੀ ਸੁਣਨ ਦੀ। ਬੱਚਾ ਕਿਤੇ ਵੀ ਇੱਧਰ ਨਾ ਜ਼ਿਆਦਾ ਹੋ ਜਾਏ ਤੇ ਫਿਰ ਪੜ੍ਹਾਈ ਤੋਂ ਵੱਲੋਂ ਰਹਿ ਜਾਵੇ। ਠੀਕ ਹੈ ਜੀ। ਇਸ ਕਰਕੇ ਫਿਰ ਮੈਂ ਪੰਜਾਬੀ ਦੇ ਪ੍ਰੋਗਰਾਮ ਸੁਣਨੇ। ਅੱਛਾ ਜੀ। 1977 ਦੇ ਵਿੱਚ ਜਦੋਂ 77 ਦੇ ਵਿੱਚ ਜਨਤਾ ਪਾਰਟੀ ਸਰਕਾਰ ਬਣੀ ਹੈ, ਮੇਰੇ ਪਿਤਾ ਜੀ ਦਿੱਲੀ ਚਲੇ ਗਏ, ਅੱਛਾ ਜੀ। ਬਰਨਾਲਾ ਸਾਹਿਬ ਕੋਲ ਮਿਲਣ ਤੇ ਇੱਕ ਟੇਪ ਕਾਰਡ ਲਿਆਏ। ਅੱਛਾ ਜੀ। ਮੈਂ ਜਿਹੜੇ ਗੀਤ ਤੇ ਰੇਡੀਓ ਤੋਂ ਸੁਣਦਾ ਸੀ ਮੈਂ ਭਰਾਉਣ ਵਾਸਤੇ ਬਠਿੰਡੇ ਗਿਆ। ਅੱਛਾ, ਸਪੈਸ਼ਲੀ। ਹਾਂ, ਤੇ ਉਹ ਰਿਕਾਰਡ ਜਿਹੜੇ ਮੈਂ ਗਾਣੇ ਉਹਨੂੰ ਲਿਖਾਏ ਵੀ ਆਹ ਗਾਣੇ ਭਰ ਕੇ ਦਿਓ, ਕਹਿੰਦੇ ਜੇ ਰਿਕਾਰਡ ਮਿਲਦੇ ਨਹੀਂ। ਮਸਾਲੇ ਵਾਲੇ ਗੀਤ ਸੀ। ਮੈਂ ਕਿਹਾ ਵੀ 10-15 ਸਾਲ ਹੋਏ ਨੇ, ਇਹ ਮਤਲਬ ਹੁਣ ਹੀ ਖਤਮ ਹੋ ਗਏ। ਫਿਰ ਮੇਰੇ ਅੰਦਰ ਇੱਕ ਜਿਗਿਆਸੂ ਪੈਦਾ ਹੋਇਆ ਵੀ ਕਿਉਂ ਨਾ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ, ਇਹਨਾਂ ਰਿਕਾਰਡਾਂ ਨੂੰ ਇਕੱਠਾ ਕੀਤਾ ਜਾਵੇ, ਕਿਉਂਕਿ ਜਿਹੜਾ ਸੰਗੀਤ ਆ ਉਹ ਵੰਡਿਆ ਜਾ ਸਕਦਾ ਹੈ। ਇੱਕ ਅਨਪੜ੍ਹ ਵਿਅਕਤੀ ਸੰਗੀਤ ਤੋਂ ਬੜਾ ਕੁਝ ਸਿੱਖ ਸਕਦਾ ਹੈ। ਬਥੇਰੇ ਲੋਕ ਨੇ, ਉਹਨਾਂ ਦੇ ਅਲੱਗ-ਅਲੱਗ ਹੌਬੀਆਂ ਨੇ। ਕੋਈ ਅਖਬਾਰਾਂ ਦੀਆਂ ਕਤਰਾਂ ਇਕੱਠੀਆਂ ਕਰਦਾ ਹੈ, ਕੋਈ 786 ਦੇ ਨੋਟ ਇਕੱਠੇ ਕਰਦਾ ਹੈ, ਕੋਈ ਟਿਕਟਾਂ ਇਕੱਠੀਆਂ ਕਰਦਾ ਹੈ, ਪਰ ਮੈਂ ਸੰਗੀਤ ਨੂੰ ਚੁਣਿਆ। ਕਿਤਾਬਾਂ ਦੀਆਂ ਲਾਇਬ੍ਰੇਰੀਆਂ ਬਹੁਤ ਬਣੀਆਂ ਹੋਈਆਂ ਨੇ, ਪਰ ਕਿਸੇ ਨੇ ਸੰਗੀਤ ਦੀ ਲਾਇਬ੍ਰੇਰੀ ਨਹੀਂ ਬਣਾਈ। ਇਸ ਕਰਕੇ ਜਿਵੇਂ ਮੈਂ ਦੇਖ ਰਿਹਾ ਬਹੁਤ ਜ਼ਿਆਦਾ ਤੁਸੀਂ ਰਿਕਾਰਡ ਜਿਹੜੇ ਪੁਰਾਣੇ ਹੈਗੇ ਆਪਣੇ ਘਰ ਦੇ ਵਿੱਚ ਸਾਂਭ ਕੇ ਰੱਖੇ ਹੋਏ ਆ। ਜੇ ਤੁਸੀਂ ਦੱਸਿਆ ਜਦੋਂ ਉਦੋਂ ਉਮਰ ਕਿੰਨੀ ਕੁ ਸੀਗੀ ਤੁਹਾਡੀ ਜਦੋਂ ਤੁਸੀਂ ਪਹਿਲੀ ਵਾਰ ਤੁਹਾਨੂੰ ਇਹ ਸ਼ੌਂਕ ਪਿਆ, ਰੇਡੀਓ ਸੁਣਿਆ ਤੇ ਤੁਸੀਂ ਰਿਕਾਰਡ ਜਿਹੜਾ ਹੈਗਾ? ਗੱਲ ਇਹ ਹੈ 77 ਦੇ ਵਿੱਚ ਮੈਂ ਆਪਦੀ ਸੁਰਤ ਸੰਭਾਲੀ ਜਵਾਨੀ ਅਵਸਥਾ ਦੇ ਵਿੱਚ, ਤੇ ਮੈਂ ਰਿਕਾਰਡ ਇਕੱਠੇ ਕਰਨੇ ਲੱਗ ਗਏ। ਤੇ ਫਿਰ ਮੈਂ 86 ਦੇ ਵਿੱਚ ਮੈਨੂੰ ਨੌਕਰੀ ਮਿਲ ਗਈ। ਮੈਂ ਹੁਣੀ ਮੈਨੇਜਰ ਦੀ ਪੰਜਾਬ ਰਾਜ ਸਹਿਕਾਰੀ ਬੈਂਕ ਤੋਂ ਰਿਟਾਇਰ ਹੋਇਆ। ਤਨਖਾਹ ਮਿਲਦੀ ਸੀ, ਮੈਂ ਅੱਧੀ ਤਨਖਾਹ ਇਹ ਕੰਮਾਂ 'ਚ ਲਗਾ ਦਿੰਦਾ ਸੀ ਤੇ ਰਿਕਾਰਡ ਜਿੱਥੋਂ ਵੀ ਕਿਤੇ ਮੈਨੂੰ ਪੰਜਾਬੀ ਦੇ ਰਿਕਾਰਡ ਮਿਲਣੇ, ਕਿਉਂਕਿ ਪੰਜਾਬੀ ਨੂੰ ਮੈਂ ਤਰਜੀਹ ਦਿੱਤੀ ਹੈ। ਪੰਜਾਬੀ ਮਾਂ ਬੋਲੀ ਦੇ ਜਿਹੜੇ ਗੀਤ ਸੀ ਉਹ ਮੈਂ ਜ਼ਿਆਦਾ ਇਕੱਠੇ ਕੀਤੇ। ਬੜੇ ਬੇਮਿਸਾਲ ਰਿਕਾਰਡ ਮੇਰੇ ਕੋਲ ਇਕੱਠੇ ਕੀਤੇ ਹੋਏ ਨੇ ਤੇ ਤੁਸੀਂ ਸੁਣ ਰਹੇ ਹੋ। ਬਹੁਤ ਸੋਹਣਾ ਜਿਹੜਾ ਹੈਗਾ ਇਹ ਲੱਗ ਰਿਹਾ ਹੈਗਾ ਗੀਤ ਵੀ। ਤੇ ਜਿਵੇਂ ਤੁਸੀਂ ਦੱਸਿਆ ਰਿਕਾਰਡ ਤੁਸੀਂ ਇਕੱਠੇ ਕੀਤੇ ਨੇ, ਅੱਧੀ ਆਪਣੀ ਤੁਸੀਂ ਸੈਲਰੀ ਜਿਹੜੀ ਹੈਗੀ ਆ ਉਹ ਵੀ ਤੁਸੀਂ ਉਹਦੇ ਵਿੱਚ ਲਗਾ ਦਿੰਦੇ ਹੁੰਦੇ ਸੀਗੇ, ਤੇ ਘਰਦਿਆਂ ਵੱਲੋਂ ਕਿੱਦਾਂ ਹੁੰਦਾ ਸੀ? ਘਰਦਿਆਂ ਵੱਲੋਂ ਸਪੋਰਟ ਮਿਲਦੀ ਹੁੰਦੀ ਸੀਗੀ? ਇਹ ਵਧੀਆ ਪ੍ਰਸ਼ਨ ਹੈ ਜੀ ਤੁਹਾਡਾ। ਘਰਦਿਆਂ ਵੱਲੋਂ ਪਹਿਲਾਂ ਗਾਲਾਂ ਮਿਲਦੀਆਂ ਸੀ ਵੀ ਤੂੰ ਇਹ ਕੀ ਕੰਮ ਜੇ ਕਰੀ ਜਾਂਦਾ ਹੈ, ਪਰ ਜਦੋਂ ਮੇਰੇ ਕੋਲ ਚੰਗੇ ਚੰਗੇ ਅਫਸਰ ਮਹਾਨ ਵਿਅਕਤੀ ਆਉਣੇ ਸ਼ੁਰੂ ਹੋ ਗਏ, ਫਿਰ ਮੈਨੂੰ ਜਿਹੜੇ ਪਰਿਵਾਰ ਹੈ ਉਹ ਮੇਰੀ ਸਹਾਇਤਾ ਕਰਨ ਲੱਗ ਗਿਆ ਤੇ ਫਿਰ ਮੈਂ ਵੱਡੀ ਪੱਧਰ ਤੇ ਕੰਮਾਂ ਨੂੰ ਇਹ ਰਿਕਾਰਡਾਂ ਦੀ ਕਲੈਕਸ਼ਨ ਨੂੰ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਤੇ ਅੱਜ ਮੇਰੇ ਕੋਲੇ ਮੈਂ ਬੜੀ ਲਗਭਗ ਆਪਾਂ ਗੱਲ ਕਰੀਏ ਕਿੰਨੀ ਕੁ ਕਲੈਕਸ਼ਨ ਜਿਹੜੀ ਹੈਗੀ ਤੁਸੀਂ ਉਹ ਕਰ ਚੁੱਕੇ ਹੈਗੇ ਹੁਣ ਤੱਕ? 1000 ਤੋਂ ਉੱਪਰ ਦਾ ਰਿਕਾਰਡ ਹੈ ਜੀ। ਹਾਂ ਜੀ, ਪੰਜਾਬੀ ਰਿਕਾਰਡ, ਪੰਜਾਬੀ 1 ਨੰਬਰ ਤੇ ਹੈ, ਹਿੰਦੀ ਦੂਜੇ ਨੰਬਰ ਤੇ ਹੈ, ਬਾਕੀ ਗਜ਼ਲਾਂ, ਕਵਾਲੀਆਂ, ਕਲਾਸੀਕਲ, ਇੰਗਲਿਸ਼, ਵੱਖ-ਵੱਖ ਲੀਡਰਾਂ ਦੀਆਂ ਆਵਾਜ਼ਾਂ, ਸਾਰੇ ਲੀਡਰਾਂ ਦੀਆਂ ਆਵਾਜ਼ਾਂ ਮੇਰੇ ਕੋਲ ਸੰਭਾਲੀਆਂ ਪਈਆਂ ਨੇ। ਆਹ ਰੇਡੀਓ ਦੇਖੋ, ਜਿਹੜੇ ਮੇਰੇ ਪਿਤਾ ਜੀ ਨੇ ਮੈਨੂੰ ਜਿਗਾਸੂ ਪੈਦਾ ਕੀਤਾ ਉਹਨਾਂ ਟਾਈਮ ਦੇ। ਇਹ ਗਰਾਡਿੰਗ ਦਾ ਜਰਮਨ ਦਾ ਰੇਡੀਓ ਹੈ, ਬਹੁਤ ਪੁਰਾਣਾ ਹੈ। ਨੈਸ਼ਨਲ ਪੈਨਾਸੋਨਿਕ ਹੈ। ਅੱਛਾ ਜੀ। ਇਹ ਰੂਸ ਦਾ ਰੇਡੀਓ ਹੈ। ਅੱਛਾ ਜੀ। ਇਹ ਜਪਾਨ ਹਟਾਕੀ ਹੈ। ਇਹ ਫਿਲਿਪਸ ਹਾਲੈਂਡ ਹੈ। ਇਹ ਜੀਨਕਸ ਅਮਰੀਕਾ ਦਾ ਰੇਡੀਓ ਹੈ। ਇਹ ਸੋਨੀ ਜਾਪਾਨ ਦਾ ਰੇਡੀਓ ਹੈ। ਸਭ ਤੋਂ ਜਿਹੜਾ ਮੇਰੇ ਕੋਲ ਰੇਡੀਓ ਪੁਰਾਣਾ ਹੈ ਜੀ
ਉਹ ਸਾਹਮਣੇ ਨੈਸ਼ਨਲ ਪੈਨਾਸੋਨਿਕ ਦਾ ਮਾਡਲ ਆ ਜੀ 1960 ਦਾ। ਤੇ ਉਹੀ ਸਭ ਤੋਂ ਨਵਾਂ ਲੱਗ ਰਿਹਾ ਵੈਸੇ। ਬਿਲਕੁਲ ਕੰਡੀਸ਼ਨ ਦੇਖੋ ਹਾਂਜੀ। ਔਰ ਤੁਸੀਂ ਹੈਰਾਨ ਹੋ ਜਾਓਗੇ ਵੀ FM ਦੇ ਵਿੱਚ 1960 ਚ ਆਇਆ ਹੋਇਆ FM। ਅੱਛਾ। ਆਪਣੇ 1992 ਚ FM ਆਇਆ, 90-92 ਦੇ ਵਿੱਚ ਦਿੱਲੀ ਆਇਆ ਸੀ, ਫਿਰ ਵੱਖ-ਵੱਖ ਸ਼ਹਿਰਾਂ ਦੇ ਵਿੱਚ FM ਰੇਡੀਓ ਬਣਨੇ ਸ਼ੁਰੂ ਹੋ ਗਏ। ਹੁਣ ਆਪਾਂ FM ਨੂੰ ਜਿਹੜਾ ਹੈਗਾ ਤਰਜੀਹ ਜ਼ਿਆਦਾ ਦੇਣ ਲੱਗੇ ਹਾਂ। ਹੁਣ ਸੁਣਦੇ ਹਾਂ। ਆ ਵੀ ਰੇਡੀਓ ਸੁਣ ਲਈਦਾ, ਇਹਦਾ ਵੀ ਤੁਹਾਨੂੰ ਸੁਣਾਉਣਾ ਮੈਂ ਹੁਣ ਤੁਹਾਨੂੰ। ਆ ਦੇਖੋ ਅਤੇ ਸਥਾਈ ਖਾਤਾ ਨੰਬਰ ਨਾਲ ਮਨਜ਼ੂਰ ਹੋਏ। ਇਹ ਸੋਨੀ ਦਾ ਰੇਡੀਓ ਹੈ ਜੀ, ਇਹ 1970 ਦਾ ਮਾਡਲ ਹੈ, ਇਹ 1971 ਦਾ ਮਾਡਲ ਹੈ। ਤੁਸੀਂ ਥੋੜਾ ਬਿਜਲੀ ਕਰਕੇ ਹੁੰਦਾ ਜੀ। ਇੱਕ ਤੁਸੀਂ ਹੈਰਾਨ ਹੋ ਜਾਓਗੇ ਗਗਨ ਜੀ, ਜਿਹੜੇ ਮੇਰੇ ਰੇਡੀਓ ਨੇ ਇਹ ਪਾਕਿਸਤਾਨ ਦੇ ਸਾਰੇ FM ਕੈਚ ਕਰਦੇ ਨੇ ਔਰ ਕਾਬਲ ਕਦਾਰ ਔਰ ਹਿੰਦੁਸਤਾਨ ਇੰਡੀਆ ਦੇ ਬਹੁਤ ਦੂਰ ਦੂਰ ਦੇ ਸਟੇਸ਼ਨਾਂ ਨੂੰ ਕੈਚ ਕਰਦੇ ਨੇ। ਕੀ ਬਾਤ ਹੈ। ਇੰਨੇ ਪਾਵਰਫੁਲ ਰੇਡੀਓ ਨੇ ਔਰ ਸਾਰੇ ਚੱਲਦੇ ਨੇ। ਕੀ ਬਾਤ ਹੈ। किसान भाई बहनों, अभी तो सुना आपने ये लोकगीत। अब कार्यक्रम में समय हो चला। ਤੇ ਤੁਸੀਂ ਸੁਣਦੇ ਹੁੰਦੇ ਜਦੋਂ ਹੁਣ ਫ੍ਰੀ ਟਾਈਮ ਹੁੰਦਾ ਹੈ, ਤੇ ਕਿਹੜਾ ਸਟੇਸ਼ਨ ਜਿਹੜਾ ਹੈਗਾ ਤੁਹਾਡਾ ਸਭ ਤੋਂ ਫੇਵਰਿਟ ਹੈਗਾ ਜੀ? ਮੈਂ ਤਾਂ ਜੀ ਸੂਈ ਕਮਾਈ ਰੱਖਦਾ, ਇਹ ਸੂਈ ਕਿਤੇ ਰੀਵਾ ਚੱਲਦਾ, ਕਿਤੇ ਨਖਲਊ ਆਉਂਦਾ, ਕਿਤੇ ਸਤਰਪੁਰ ਆਉਂਦਾ ਹੈ, ਅੱਛਾ ਜੀ। ਕਦੇ ਭੋਪਾਲ ਚੱਲਦਾ ਹੈ, ਬੰਬਈ ਚੱਲਦਾ ਹੈ, ਪੂਨਾ ਚੱਲਦਾ ਹੈ, ਦੱਖਣ ਦੇ ਸਟੇਸ਼ਨ ਚੱਲਦੇ ਨੇ। ਨਖਲਊ ਖਿੱਚਦਾ, ਗੋਰਖਪੁਰ ਕੈਚ ਕਰਦਾ ਹੈ, ਰਾਮਪੁਰ ਕੈਚ ਕਰਦਾ ਹੈ। ਮਤਲਬ ਬਰਨਾਲਾ ਬੈਠੇ ਬੈਠੇ ਤੁਸੀਂ ਪੂਰਾ ਮੁਲਕ ਘੁੰਮ ਲੈਂਦੇ, ਹਿੰਦੁਸਤਾਨ ਘੁੰਮ ਲੈਂਦੇ ਹੈਗੇ ਹੋ ਜੀ। ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਲੈਕਸ਼ਨ ਵੀ ਜਿਹੜੀ ਹੈਗੀ ਰਿਕਾਰਡਸ ਦੀ ਉਹ ਵੀ ਬਹੁਤ ਪੁਰਾਣੀ ਰੱਖੀ ਹੋਈ ਹੈ, ਤੇ ਤੁਹਾਡਾ ਸਭ ਤੋਂ ਫੇਵਰਿਟ ਜਿਹੜਾ ਹੈਗਾ ਰਿਕਾਰਡ ਕਿਹੜੇ ਹੈਗੇ ਆ ਜੀ? ਦੇਖੋ ਮੇਰੇ ਪਾਸ ਤਾਂ ਸਾਰੇ ਨੇ, ਪਰ ਜਿਹੜੇ ਮੈਂ ਗੀਤ ਰੇਡੀਓ ਤੋਂ ਸੁਣਦਾ ਸੀ, ਹਾਂਜੀ। ਪਰ ਬੜੀ ਕੋਸ਼ਿਸ਼ ਕੀਤੀ ਤੇ ਉਹ ਰਿਕਾਰਡ ਮੈਨੂੰ ਮਿਲਦੀ ਨਹੀਂ ਸੀ। ਮੇਰਾ ਇਹਦਾ ਸਿਲਸਿਲਾ ਜਾਰੀ ਸੀ, ਅੱਛਾ ਜੀ। ਪਰ ਇੱਕ ਮੈਂ ਰਿਕਾਰਡ ਇੱਕ ਹੁਣ ਲੱਭਿਆ ਜਿਹੜਾ ਕਿ ਮੈਨੂੰ ਘੱਟੋ ਘੱਟ 28-29 ਸਾਲਾਂ ਬਾਅਦ ਮਿਲਿਆ। ਅੱਛਾ। ਉਹ ਮੈਂ ਧਾਰਮਿਕ ਗੀਤ ਆ ਮੇਰੇ ਕੋਲੇ। ਅੱਛਾ, ਉਹ ਬਿਲਕੁਲ ਜੀ। ਮੈਂ ਕਹਿੰਦਾ ਕਿ ਆਪਾਂ ਸ਼ੁਰੂਆਤ ਜਿਹੜੀ ਹੈਗੀ ਉਹ ਵੀ ਧਾਰਮਿਕ ਗੀਤ ਨਾਲ ਹੋ ਜਾਈਏ। ਇਹ ਇਸ ਕੰਗ ਦਾ ਪਹਿਲਾ ਰਿਕਾਰਡ ਹੈ। ਅੱਛਾ, ਇਸ ਕੰਗ ਦਾ ਜੀ। ਇੱਕ ਧਾਰਮਿਕ ਗੀਤ ਆ ਜੀ। ਇਹ ਰਿਕਾਰਡ ਬੜਾ ਬੇਮਿਸਾਲ ਰਿਕਾਰਡ ਆ, ਮਿਲਦਾ ਨਹੀਂ ਹੈਗਾ। ਅੱਛਾ ਜੀ। ਲਓ, ਤੇ ਇਹ ਰਿਕਾਰਡ ਤੁਸੀਂ ਕਿੱਥੋਂ ਲੈ ਕੇ ਆਏ ਸੀਗੇ ਜੀ? ਇਹ ਇੰਗਲੈਂਡ ਤੋਂ ਮੰਗਵਾਇਆ ਜੀ ਰਿਕਾਰਡ ਮੈਂ। ਸਪੈਸ਼ਲੀ? ਹਾਂਜੀ ਹਾਂਜੀ। ਤੁਸੀਂ ਕਿਹਾ ਕਿ ਰਿਕਾਰਡ ਭਾਵੇਂ ਪੁਰਾਣਾ ਹੈਗਾ, ਬਟ ਕਲੈਰਿਟੀ ਜਿਹੜੀ ਹੈਗੀ ਆ ਉਸ ਧਾਰਮਿਕ ਗੀਤ ਦੀ ਅਜੇ ਵੀ ਹੈਗੀ ਆ। ਬਹੁਤ ਸੋਹਣੀ ਜਿਹੜੀ ਹੈਗੀ ਆ ਆਵਾਜ਼ ਵੀ ਲੱਗ ਰਹੀ ਸੀ, ਬਹੁਤ ਮਜ਼ਾ ਵੀ ਆ ਰਿਹਾ ਸੀਗਾ। ਤੇ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਪ੍ਰੈਜ਼ੀਡੈਂਟ ਦੀ ਆਵਾਜ਼ਾਂ ਦੇ ਵੀ ਜਿਹੜੀ ਹੈਗੀਆਂ ਤੁਸੀਂ ਰਿਕਾਰਡ ਜਿਹੜੇ ਹੈਗੇ ਉਹ ਵੀ ਸਾਂਭ ਕੇ ਰੱਖੇ ਹੋਏ ਆ, ਤੇ ਮੈਂ ਚਾਹੁੰਦਾ ਕਿ ਆਪਣੇ ਵਿਊਅਰਸ ਨੂੰ ਆਪਾਂ ਉਹ ਵੀ ਦਿਖਾ ਦਈਏ, ਇੱਕ ਵਾਰ ਸੁਣਾ ਦਈਏ ਜੀ। ਦੇਖੋ ਗੱਲ ਇਹ ਹੈ ਗਗਨ ਜੀ, ਇਕੱਲੇ ਇਹ ਨਹੀਂ ਵੀ ਤੁਸੀਂ ਪੰਜਾਬੀ ਗੀਤ ਸੰਭਾਲ ਲਏ, ਹਿੰਦੀ ਗੀਤ ਸੰਭਾਲ ਲਏ, ਤੁਹਾਨੂੰ ਅਜਿਹੀ ਚੀਜ਼ ਵੀ ਸੰਭਾਲਣੀ ਚਾਹੀਦੀ ਹੈ। ਵੱਖ-ਵੱਖ ਲੀਡਰਾਂ ਦੀਆਂ ਆਵਾਜ਼ਾਂ ਆਜ਼ਾਦੀ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਹਿੰਦੁਸਤਾਨ ਦੇ ਵਿੱਚ, ਉਹ ਸਭ ਦੀਆਂ ਆਵਾਜ਼ਾਂ ਮੇਰੇ ਕੋਲੇ ਇੰਡੀਅਨ ਔਰ ਅੰਤਰਰਾਸ਼ਟਰੀ। ਅੱਛਾ ਜੀ। ਮੈਂ ਤੁਹਾਨੂੰ ਤੇ ਇਹ ਆਵਾਜ਼ਾਂ ਜਿਹੜੀਆਂ ਹੈਗੀਆਂ ਇਹ ਤੁਸੀਂ ਕਿਵੇਂ ਇਕੱਠੀਆਂ ਕੀਤੀਆਂ, ਕਿੱਥੋਂ ਲੈ ਕੇ ਆਏ ਜੀ? ਬੜਾ ਘੋਲ ਕਰਨਾ ਪੈਂਦਾ ਹੈ। ਬੰਬਈ ਤੋਂ ਇਹ ਮੈਂ ਚੀਜ਼ਾਂ ਕਿਸੇ ਵਿਅਕਤੀ ਕੋਲ, ਪੁਰਾਣਾ ਬੰਦਾ ਸੀ ਬਜ਼ੁਰਗ, ਉਹ ਬੰਦੇ ਨੂੰ ਮਰੇ ਨੂੰ ਵੀ ਹੋ ਗਏ 30 ਸਾਲ। ਅੱਛਾ ਜੀ। ਉਸ ਬੰਦੇ ਨੂੰ ਮੈਂ ਕਿਹਾ ਮੈਂ ਕਲੈਕਸ਼ਨ ਕਰਦਾ ਜੀ। ਉਹਨੇ ਫਿਰ ਮੈਨੂੰ ਕਿਹਾ ਲੈ ਵੀ ਕਾਕਾ ਇਹ ਚੀਜ਼ ਸੰਭਾਲ ਕੇ ਰੱਖੀ, ਤੇ ਮੈਂ ਤੈਨੂੰ ਦੇ ਰਿਹਾ। ਮੈਨੂੰ ਫਿਰ 3-4 ਚੀਜ਼ਾਂ ਦਿੱਤੀਆਂ ਜੀ ਉਹਨੇ। ਉਹ ਮੈਂ ਹੁਣ ਆਪਣੇ ਇਸ ਟੀਵੀ ਦੇ ਰਾਹੀਂ, ਆਪਣੇ ਇਸ ਮਾਧਿਅਮ ਰਾਹੀਂ, ਲਾਇਬ੍ਰੇਰੀ ਰਾਹੀਂ ਸਰੋਤਿਆਂ ਨੂੰ ਸੁਣਾਉਣ ਜਾ ਰਿਹਾ। ਗਗਨ ਜੀ, ਹਾਂਜੀ, ਸਭ ਤੋਂ ਜਿਹੜਾ ਮੇਰੀ ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੰਗੀਤਕ ਲਾਇਬ੍ਰੇਰੀ ਸ਼ੇਰ ਸਿੰਘਪੁਰਾ ਵਿੱਚ ਜੋ ਸਭ ਤੋਂ ਪੁਰਾਣੀ ਆਵਾਜ਼ ਹੈ, ਇਹ 1861 ਦੀ ਆਵਾਜ਼ ਹੈ। ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਦੀ ਆਵਾਜ਼ ਹੈ। ਆਹ ਦੇਖੋ, ਇਹ 16ਵੇਂ ਰਾਸ਼ਟਰਪਤੀ ਸੀ ਜੀ। 1861 ਤੋਂ ਲੈ ਕੇ 1865 ਤੱਕ ਇਹਨਾਂ ਨੇ ਰਾਜ ਕੀਤਾ। ਬੜੀ ਬੇਮਿਸਾਲ ਆਵਾਜ਼ ਉਹ ਮੈਂ ਸੁਣਾਉਣ ਜਾ ਰਹੇ ਹਾਂ। ਆਓ। Abraham Lincoln echoed a proud and ancient song. The freedom and dignity of man are worth dying for. We here highly resolve that these dead shall not have died in vain, that this nation under God shall have a new birth of freedom, and that government of the people, by the people, for the people, shall not perish from the earth. ਕੀ ਬਾਤ ਹੈ ਭਾਜੀ, ਵੈਰੀ ਨਾਈਸ ਜੀ। ਤੇ ਹੋਰ ਕਿਹੜੀ ਅਲੱਗ-ਅਲੱਗ ਤੁਹਾਡੇ ਕੋਲ ਆਵਾਜ਼ਾਂ ਹੈਗੀਆਂ ਜੀ? ਮਗਰ ਜੀ ਇਹ ਕੀ? ਇਹ ਰਿਕਾਰਡ ਆ ਜੀ। ਇਹ ਵੀ ਹਾਂ, ਇਹਦੇ ਵਿੱਚ ਵੀ ਇਹ ਦੇਖਣ ਦਾ ਲੱਗਦਾ ਵੀ ਵਰਕਾ ਜਿਹਾ। ਇਹਦੇ ਵਿੱਚ ਬੜੀ
ਇੱਕ ਅਜਿਹੀ ਮਹਾਨ ਹਸਤੀ ਦੀ ਆਵਾਜ਼ ਹੈ, ਓਕੇ, ਚਰਚਿਲ ਦੀ ਆਵਾਜ਼ ਹੈ। ਅੱਛਾ ਜੀ, ਇੰਗਲੈਂਡ ਦੇ ਪ੍ਰਧਾਨ ਮੰਤਰੀ ਸੀ, ਉਹਦੀ ਆਵਾਜ਼ ਸੁਣਾਉਣ ਜਾ ਰਹੇ ਹਾਂ। ਲਓ ਚਰਚਿਲ ਦੀ ਆਵਾਜ਼ ਸੁਣੋ। And now it will be silent all day. At Westminster, the funeral procession for Sir Winston Churchill is beginning. Gun carriage for the Tsar. Slow. Navy enlisted men on foot draw the gun carriage. On it, the coffin covered by a flag, and on a black velvet cushion, the Order of the Garter. So many to so few. Walking uphill to St. Paul's are the men he referred to, the RAF pilot. ਕੀ ਬਾਤ ਹੈ। ਮਤਲਬ ਮੈਨੂੰ ਲੱਗ ਨਹੀਂ ਰਿਹਾ ਸੀ ਕਿ ਇਹ ਵੀ ਰਿਕਾਰਡ ਹੈਗਾ, ਮਤਲਬ ਕਿੰਨਾ ਪਲਾਸਟਿਕ ਦਾ ਪਤਲਾ ਜਿਹਾ ਹੈਗਾ ਤੇ ਫਿਰ ਵੀ ਆਵਾਜ਼ ਸਾਊਂਡ ਕੁਆਲਿਟੀ ਦੇਖੀ ਜੀ, ਬਹੁਤ ਵਧੀਆ ਜੀ, ਸ਼ਾਨਦਾਰ। ਗਾਰਡ ਆਫ ਆਨਰ ਕਰ ਰਹੀ, ਤੋਪਾਂ ਦੀ ਆਵਾਜ਼ ਦੇਖੋ ਆ ਰਹੀ, ਤੋਪ ਦੀ ਆਵਾਜ਼ ਆ ਰਹੀ ਜੀ। ਗਾਰਡ ਆਫ ਆਨਰ ਹੋ ਰਿਹਾ ਸੀ ਪ੍ਰਧਾਨ ਮੰਤਰੀ ਨੂੰ, ਉਹਨਾਂ ਦੀ ਸਰਕਾਰ ਕਰ ਰਹੀ ਸੀ ਜੀ। ਲਓ ਜੀ ਅਗਲਾ ਗੀਤ, ਅਗਲਾ ਜਿਹੜਾ ਹੈ ਇਹ ਵੀ ਇੱਕ ਆਵਾਜ਼ ਹੈ, ਕੈਨੇਡੀ ਦੀ ਆਵਾਜ਼ ਹੈ। ਅਮਰੀਕਾ ਦੇ ਰਾਸ਼ਟਰਪਤੀ ਹੋਏ ਨੇ ਅੱਛਾ ਜੀ, 35ਵੇਂ ਓਕੇ, 35ਵੇਂ ਪ੍ਰੈਜ਼ੀਡੈਂਟ ਸੀ ਜੌਨ ਐਫ ਕੈਨੇਡੀ। ਓਕੇ। ਲਓ ਉਹਦੇ ਵੀ ਤੁਹਾਨੂੰ ਆਵਾਜ਼, ਕਿਉਂਕਿ ਅੰਤਰਰਾਸ਼ਟਰੀ ਮੈਂ ਤੁਹਾਨੂੰ ਸੁਣਾ ਰਹੇ ਹਾਂ ਕੁਝ ਝਲਕਾਂ ਜਿਹੜੇ ਤੇ ਮਿਲਾ ਜਿਵੇਂ ਤੁਸੀਂ ਇਹ ਆਵਾਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਤੇ ਤੁਹਾਨੂੰ ਡਿਮਾਂਡ ਵੀ ਆਂਦੀ ਹੋਊਗੀ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਦੇ ਦਿਓ। ਹਾਂਜੀ ਹਾਂਜੀ ਹਾਂਜੀ, ਉਹ ਤਾਂ ਬੜੇ ਪੈਸੇ ਦਿੰਦੇ ਆ ਜੀ ਲੋਕ। ਅੱਛਾ। ਨਾ ਨਾ, ਜੇ ਚੀਜ਼ ਚਲੇਗੀ ਫਿਰ ਮੁੜ ਕੇ ਹੱਥ ਨਹੀਂ ਆਉਂਦੀ। ਮੇਰੀ ਜੋ ਪਹਿਚਾਣ ਹੈ, ਗੁਰਮੁਖ ਸਿੰਘ ਲਾਲੀ ਤਾਂ ਬਥੇਰੇ ਹੋਰ ਹੋਣਗੇ ਪਿੰਡਾਂ 'ਚ ਹੁੰਦੇ ਨੇ, ਪਰ ਗੁਰਮੁਖ ਸਿੰਘ ਲਾਲੀ ਵੀ ਕੋਈ ਜਿਹਨੂੰ ਵੀ ਹਾਂ ਹੈਗਾ ਵੀ ਗੁਰਮੁਖ ਸਿੰਘ ਲਾਲੀ ਪਹਿਚਾਣ ਇਸ ਕਰਕੇ ਬਣੀ ਹੈ। ਲੀਡਰ ਕਾਹਦੇ ਵਾਸਤੇ ਵੋਟਾਂ 'ਤੇ ਖੜੇ ਹੁੰਦੇ ਨੇ, ਉਹ ਆਪਦੀ ਪਹਿਚਾਣ ਆਉਂਦੇ ਨੇ। ਤੇ ਤੁਸੀਂ ਆਪਣੀ ਜਿਹੜੀ ਪਹਿਚਾਣ ਹੈਗੀ ਹੈ ਇਹ ਪਹਿਚਾਣ ਇਹਨਾਂ ਨੇ ਬਣਾਈ ਹੈ। ਇਹ ਜਿਹੜੇ ਰਿਕਾਰਡ ਹੈਗੇ ਆ ਪੁਰਾਣੇ ਇਕੱਠੇ ਕੀਤੇ ਤੁਸੀਂ ਇਹਦੇ ਨਾਲ ਆਪਣੀ ਰਿਕਾਰਡ ਪਹਿਚਾਣ ਬਣਾਈ ਹੈ। ਕੀ ਬਾਤ ਹੈ ਕੈਨੇਡੀ ਦੀ ਆਵਾਜ਼ ਗਗਨ ਜੀ ਜੀ। ਸੁਣਾ ਰਹੇ ਹਾਂ। Another in a series of presidential profiles, John Fitzgerald Kennedy, 35th President of the United States. Let both sides seek to invoke the wonders of science instead of its terrors. Together, let us explore the stars, conquer the deserts, eradicate disease, tap the ocean depth, and encourage the arts and commerce. All this will not be finished. ਆ ਲਓ ਜੀ ਗਗਨ ਜੀ, ਹਾਂਜੀ ਸਾਡੇ ਦੇਸ਼ ਦੀ ਮਹਾਨ ਹਸਤੀ ਰਵਿੰਦਰਨਾਥ ਟੈਗੋਰ ਜੀ, ਜਿਨ੍ਹਾਂ ਨੂੰ ਸਾਡਾ ਬੱਚਾ ਬੱਚਾ ਕਿਤਾਬਾਂ 'ਚ ਪੜ੍ਹਦਾ ਹੈ, ਜੀ, ਬੜੀ ਮਹਾਨ ਹਸਤੀ ਹੋਏ ਨੇ। ਉਹਨਾਂ ਦੀ ਆਵਾਜ਼ ਵੀ ਮੈਂ ਰੱਖੀ ਹੈ। ਕੀ ਬਾਤ ਹੈ। ਰਵਿੰਦਰਨਾਥ ਟੈਗੋਰ ਜੀ ਦੀ ਆਵਾਜ਼ ਸੁਣੋ। ਇਹ ਉਹਨਾਂ ਦੀ ਇੱਕ ਕਵਿਤਾ ਹੈ ਬੰਗਾਲੀ ਦੇ ਵਿੱਚ, ਅੱਛਾ, ਇੰਗਲਿਸ਼ ਦੇ ਵਿੱਚ ਹੈ। ਲਓ ਸੁਣੋ। ਕੀ ਬਾਤ ਹੈ। ਮਤਲਬ ਪੋਲੀਟੀਕਲ ਆਵਾਜ਼ਾਂ ਤਾਂ ਆਪਾਂ ਸੁਣ ਲਿੱਤੀਆਂ ਹੈਗੀਆਂ ਤੇ ਮੈਂ ਚਾਹੁੰਦਾ ਹੁਣ ਆਪਣੇ ਵਿਊਅਰਸ ਵਾਸਤੇ ਇੱਕ ਪੰਜਾਬੀ ਤੜਕਾ ਫੜਕਾ ਵੀ ਹੋ ਜਾਏ, ਕੁਝ ਪੰਜਾਬੀ ਪੁਰਾਣੇ ਗੀਤ ਜਿਹੜੇ ਹੈਗੇ ਆ ਉਹ ਵੀ ਆਪਾਂ ਸੁਣਾ ਦਈਏ ਜੀ। ਉਹ ਜ਼ਰੂਰੀ ਹੈ ਜੀ, ਉਹ ਵੀ ਜ਼ਰੂਰੀ ਹੈ। ਹਾਂਜੀ ਗੱਲ ਗਗਨ ਜੀ, ਮੈਂ ਇੱਕ ਅਜਿਹੀ ਪੰਜਾਬੀ ਲੋਕ ਗਾਇਕਾ ਜੋ ਪ੍ਰਕਾਸ਼ ਕੌਰ ਔਰ ਸੁਰਿੰਦਰ ਕੌਰ ਦੇ ਜ਼ਮਾਨੇ ਦੇ ਨਾਲ ਉਹਨਾਂ ਨਾਲ ਟਾਈਮ ਗਾਉਂਦੀ ਰਹੀ ਹੈ। ਗਾਇਆ ਥੋੜਾ ਹੈ ਅੱਛਾ ਜੀ, ਪਰ ਬੜੇ ਮਿਆਰੀ ਗੀਤ ਗਾਏ ਨੇ, ਓਕੇ, ਜਿਹਦਾ ਨਾਂ ਹੈ ਰਿਪੂ ਦਮਨ ਸ਼ੈਲੀ। ਲਓ ਸੁਣੋ ਉਸ ਦਾ ਆਵਾਜ਼ ਦੇ ਵਿੱਚ, ਉਹਨਾਂ ਦੀ ਆਵਾਜ਼ ਦੇ ਵਿੱਚ ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੰਗੀਤ ਕਲੈਵਰੀ ਦੇ ਵਿੱਚੋਂ ਕੱਢਿਆ ਹੋਇਆ ਪੰਜਾਬੀ ਸੰਗੀਤ ਲੋਕ ਗੀਤ ਦਾ ਇਹ ਮੇਰੇ ਡਿੱਗ ਪਿਆ ਕਿਧਰੇ ਚੌਂਕਾ ਜਲੰਧਰ ਸੈਲ ਕਰੇਂਦੀ ਦਾ ਮੇਰੇ ਡਿੱਗ ਪਿਆ ਕਿਧਰੇ ਚੌਂਕਾ ਜਲੰਧਰ ਸੈਲ ਕਰੇਂਦੀ ਦਾ ਸੁਣ ਕੇ ਚਿੜਕਾਂ ਦੇਗਾ ਸਾਰਾ ਹਾਏ ਹਾਏ, ਹੋ ਗਿਆ ਦਿਓਰ ਕਾਰਾ ਕਾਰਾ
ਦਿਓ ਜੀ। ਉਹਦੇ ਕੜਾ ਟੈ ਪਿਆ ਹੱਥੋਂ ਨੀਠੂ ਤੇ ਪਾਣੀ ਭਰਿੰਦੀ ਤਾਂ ਮੇਰਾ ਡਿੱਗ ਪਿਆ ਉਹ ਮੇਰਾ ਡਿੱਗ ਪਿਆ ਕਿਧਰੇ ਝੁਮਕਾ ਜਲੰਧਰ ਸੈਲ ਕਰਿੰਦੀ ਦਾ ਕਿਆ ਬਾਤ ਹੈ, ਕਿਆ ਬਾਤ ਹੈ। ਪੈਰ ਆਪਣੇ ਆਪ ਹੀ ਨਾ ਨੱਚਣ ਨੂੰ ਕਰਦੇ ਹੈਗੇ ਆ, ਇੰਨਾ ਰਸ ਹੈਗਾ ਉਹ ਪੰਜਾਬੀ ਗੀਤ ਦੇ ਵਿੱਚ, ਇੰਨੇ ਜਿਹੜੇ ਪੁਰਾਣੇ ਗੀਤ ਹੈਗੇ ਆ ਜੀ। ਤੇ ਜਿਵੇਂ ਮੈਂ ਇੱਧਰ ਵੀ ਦੇਖ ਰਿਹਾ ਸੀ ਰੇਡੀਓ ਦੀ, ਆਪਾਂ ਦੁਬਾਰਾ ਗੱਲ ਕਰੀਏ, ਰੇਡੀਓ ਵੀ ਕਿਤੇ ਨਾ ਕਿਤੇ ਹੁਣ ਤਾਂ ਦੇਖੋ ਨਵੀਂ ਟੈਕਨੋਲੋਜੀ ਦੇ ਆ ਕੇ ਛੋਟੇ ਹੁੰਦੇ ਜਾ ਰਹੇ, ਕੰਪੈਕਟ ਹੁੰਦੇ ਜਾ ਰਹੇ ਆ, ਬਟ ਇਹਨਾਂ ਦੀ ਇੱਕ ਵੱਖਰੀ ਹੀ ਮੈਂ ਕਹਿੰਦਾ ਕਿ ਟੌਰ ਹੁੰਦੀ ਸੀ, ਕਿੰਨੀ ਵਧੀਆ ਸੋਹਣੀ ਇਹਨਾਂ ਦੀ ਦਿੱਖ ਹੈਗੀ ਹੈ ਕਿ ਨਹੀਂ ਜੀ? ਤੇ ਇਹ ਜਿਹੜੇ ਰੇਡੀਓ ਤੁਸੀਂ ਹੈਗੇ ਇਹ ਕਿੱਥੋਂ ਕਿੱਥੋਂ ਲੈ ਕੇ ਆਏ ਸੀਗੇ ਜੀ? ਗਗਨ ਜੀ ਤੁਸੀਂ ਗੱਲ ਕੀਤੀ ਆ ਵੀ ਅੱਜ ਕੱਲ ਨਵੀਂ ਤਕਨੀਕ ਦੀ ਆ ਰਹੀ ਹੈ, ਨਵੀਆਂ ਗੁੱਡੀਆਂ ਨਵੇਂ ਪਟੋਲੇ। ਦੇਖੋ ਜੋ ਜੋ ਜ਼ਮਾਨਾ ਬਦਲਦਾ ਜਾਊਗਾ ਚੀਜ਼ ਛੋਟੀ ਵੀ ਬਣੀ ਜਾਊਗੀ ਜੀ, ਪਰ ਜੋ ਕੁਆਲਿਟੀ ਇਹਨਾਂ 'ਚ ਹੈ ਨਾ ਉਹ ਨਵੀਂ ਚੀਜ਼ ਨਹੀਂ। ਕਿਉਂਕਿ ਜਾਪਾਨ ਨੇ ਦੇ ਇੰਜੀਨੀਅਰਾਂ ਨੇ, ਜਰਮਨ ਦੇ ਇੰਜੀਨੀਅਰਾਂ ਨੇ, ਇੰਗਲੈਂਡ ਦੇ ਇੰਜੀਨੀਅਰਾਂ ਨੇ, ਰਸ਼ੀਆ ਦੇ, ਰੂਸ ਦੇ ਇੰਜੀਨੀਅਰਾਂ ਨੇ ਬੜੀ ਮਿਹਨਤ ਕੀਤੀ ਹੈ। ਹਰੇਕ ਅਮਰੀਕਾ ਦਾ ਰੇਡੀਓ ਪਿਆ, ਇਹਦੀ ਅੱਡ ਕੁਆਲਿਟੀ ਹੈ, ਰੂਸ ਦੀ ਅੱਡ ਕੁਆਲਿਟੀ ਹੈ, ਇਹਦੀ ਜਰਮਨ ਦੀ ਅੱਡ ਤਕਨੀਕ ਹੈ। ਪਰ ਜੇ ਤੁਸੀਂ ਸੁਣੋਗੇ ਰੇਡੀਓ ਨੂੰ ਉਹਦਾ ਅਲੱਗ-ਅਲੱਗ ਤੁਹਾਨੂੰ ਉਹਦਾ ਮਜ਼ਾ ਆਊਗਾ। ਇਹ ਚੀਜ਼ ਹੈ, ਚਾਹੇ ਨਵੇਂ ਆ ਜਾਣ ਪਰ ਉਹ ਨਵੇਂ 'ਚ ਕੁਆਲਿਟੀ ਨਹੀਂ ਹੈ। ਕੁਆਲਿਟੀ ਨਹੀਂ ਹੈਗੀ। ਤੇ ਇਹਨਾਂ ਦੇ ਪ੍ਰਾਈਸ ਦੀ ਵੀ ਆਪਾਂ ਗੱਲ ਕਰੀਏ ਤਾਂ ਬਹੁਤ ਮਹਿੰਗੇ ਹੋਣਗੇ ਜੀ ਇਹ? ਬਹੁਤ ਜੀ ਬਹੁਤ। ਉਹ ਜਿਹੜਾ ਰੇਡੀਓ ਹੈ ਹਾਂਜੀ, ਜੇ ਇੰਟਰਨੈਟ ਤੇ ਪਾਈਏ ਤਾਂ ਲੱਖ ਰੁਪਇਆ ਮਿਲਦਾ ਹੈ। ਅੱਛਾ ਆ 50,000 ਦਾ ਹੈ। ਅੱਛਾ, ਇੰਟਰਨੈਟ ਤੇ ਪਾਈਏ ਜੀ ਅੱਜ ਕੱਲ ਕੀ ਆ ਜੀ ਗਗਨ ਜੀ, ਇੰਟਰਨੈਟ ਤੇ ਪਾਉਣੇ ਆ, ਇਹ ਬੋਲੀ ਹੁੰਦੀ ਹੈ। ਹਾਂ ਬਿਡਸ ਲੱਗਦੀਆਂ ਹੈਗੀਆਂ। ਹਾਂਜੀ ਹਾਂਜੀ, ਇਹਦਾ ਲੱਖ ਰੁਪਏ 2-2 ਲੱਖ ਰੁਪਏ ਦੇ ਵਿਕ ਰਹੇ ਨੇ ਰਿਕਾਰਡ। ਠੀਕ ਹੈ, ਠੀਕ ਹੈ। ਕਿਉਂਕਿ ਜਿਹੜੇ ਅੰਗਰੇਜ਼ ਲੋਕ ਨੇ ਉਹ ਪਸੰਦ ਕਰਦੇ ਆ ਚੀਜ਼ ਨੂੰ। ਜੀ 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 ਜੀ। ਬਟ ਤੁਸੀਂ ਵੀ ਦੇਖੋ ਇਹ ਕਿਤਨਾ ਕਿਥੋਂ ਉਹ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ, ਤੁਹਾਨੂੰ ਪਿਆਰ ਹੈਗਾ ਜੀ। ਪਿਆਰ ਦੇਖੋ ਜੀ, ਮੈਂ ਤਾਂ ਹਿੱਕ ਨਾਲ ਲਾ ਕੇ ਰੱਖਦਾ ਇਹਨਾਂ ਨੂੰ। ਦੇਖੋ ਤੁਸੀਂ ਇੰਨੀ ਕੁਆਲਿਟੀ ਦੇਖੋ, ਸਾਰੇ ਰੇਡੀਓ ਚੱਲਦੇ ਨੇ, ਕਿੰਨੀ ਸਾਫ ਸੁਥਰੇ ਪਏ ਨੇ। ਠੀਕ ਹੈ ਜੀ। ਤੇ ਲੋ ਜੀ ਗਾਣਾ ਵੀ ਖਤਮ ਹੋ ਗਿਆ ਤੇ ਹੁਣ ਹੋਰ ਆਪਾਂ ਰਿਕਾਰਡਸ ਦੀ ਗੱਲ ਕਰੀਏ ਤਾਂ ਪੁਰਾਣੇ ਜਿਹੜੇ ਤੁਸੀਂ ਹੋਰ ਵੀ ਰਿਕਾਰਡਸ ਰੱਖੇ ਹੋਏ ਨੇ, ਪੰਜਾਬੀ ਦੇ ਵਿੱਚ ਵੀ ਰੱਖੇ ਹੋਏ ਨੇ, ਕੁਝ ਹਿੰਦੀ ਵੀ ਰੱਖੇ ਹੋਏ ਨੇ ਮੈਂ ਦੇਖਿਆ। ਤਾਂ ਇੱਕ ਹਿੰਦੀ ਗੀਤ ਜਿਹੜਾ ਹੈਗਾ ਮੈਂ ਚਾਹੁੰਦਾ ਉਹ ਆਪਾਂ ਆਪਣੇ ਕੀ ਬਾਤ ਹੈ, ਮਤਲਬ ਇੱਕ ਗਾਣਾ ਸੁਣਾਇਆ, ਬਹੁਤ ਹੀ ਲੱਗ ਜਾ ਗਾਣਾ ਸੀ, ਡਿਫਰੈਂਟ ਜਿਹਾ ਗਾਣਾ ਸੀ, ਮੈਨੂੰ ਲੱਗਦਾ ਕਦੀ ਮੈਂ ਸੁਣਿਆ ਤਾਂ ਹੈ ਨਹੀਂ ਸੀਗਾ ਜੀ ਇਹ ਗਾਣਾ। ਇਹ ਗੱਲ ਗਗਨ ਜੀ ਇਹਨਾਂ ਨੂੰ ਬੋਲਦੇ ਆ ਕੈਂਸਲ ਨੰਬਰ। ਅੱਛਾ, ਕੈਂਸਲ ਨੰਬਰ ਇਹ ਹੁੰਦਾ ਵੀ ਇਹ ਕਿਤਾਬ ਇੱਕ ਨਿਕਲਦੀ ਹੁੰਦੀ ਹੈ HMV ਨੇ ਜਾਂ ਪੋਲੀਡੋਰ ਕੰਪਨੀਆਂ ਸੀ ਜਿਹੜੀਆਂ, ਉਹ ਰਿਕਾਰਡ ਦੱਸਦੇ ਵੀ ਇਹ ਰਿਕਾਰਡ ਸਾਡੇ ਕੋਲ ਨਹੀਂ ਹੈ, ਉਹਨੂੰ ਅਸੀਂ ਕੈਂਸਲ ਨੰਬਰ ਬੋਲਦੇ ਹਾਂ। ਇਹ ਬਹੁਤ ਕੀਮਤੀ ਰਿਕਾਰਡ ਹੈ। ਜਿਹੜੇ ਬੰਦੇ ਕੋਈ ਕਿਸ਼ੋਰ ਕੁਮਾਰ ਨੂੰ ਪਸੰਦ ਕਰਦਾ, ਕੋਈ ਰਫੀ ਸਾਹਿਬ ਨੂੰ ਕਰਦਾ, ਕੋਈ ਲਤਾ ਜੀ ਨੂੰ ਕਰਦਾ, ਕੋਈ ਬੇਲਾ ਸਵੇਰ ਨੂੰ ਕਰਦਾ, ਅਲੱਗ-ਅਲੱਗ ਜਿਹੜੇ ਗਾਇਕ ਹੋਏ ਨੇ, ਜਿਹੜੇ ਕਿਸ਼ੋਰ ਕੁਮਾਰ ਨੂੰ ਪਸੰਦ ਕਰਦੇ ਨੇ। ਅੱਜ ਇਹ ਰਿਕਾਰਡ, ਹਾਲਾਂਕਿ ਰਿਕਾਰਡ ਇਹ 50 ਰੁਪਏ ਦਾ ਸੀ, 100 ਰੁਪਏ ਦੇ ਵੱਧ ਤੋਂ ਵੱਧ, ਇਹ ਰਿਕਾਰਡ 2000-3000 ਨੂੰ ਵਿਕਦਾ। ਕੈਂਸਲ ਨੰਬਰ ਹੈ, ਇੰਨੀ ਕੀਮਤ ਹੈ ਇਹਦੀ। ਜਿਹੜੇ ਲੈਣ ਵਾਲੇ 5-5 10,000 ਨੂੰ ਵੀ ਖਰੀਦ ਲੈਂਦੇ ਆ ਜੀ ਰਿਕਾਰਡ ਨੂੰ। ਇਹ ਚੀਜ਼ ਹੈ ਕੈਂਸਲ ਨੰਬਰ। ਜਿਵੇਂ ਤੁਸੀਂ ਦੱਸਿਆ ਕੈਂਸਲ ਨੰਬਰ ਹੈਗਾ, ਫਿਲਮ ਬੰਦਗੀ ਹੈ, ਬੰਦਗੀ ਪਿਕਚਰ ਆਈ ਹੈ, ਕਿਸ਼ੋਰ ਕੁਮਾਰ ਦੀ ਆਵਾਜ਼ ਹੈ, ਤੇ ਤੁਸੀਂ ਨੈਟ ਤੇ ਪਤਾ ਕਰ ਲਓ, ਰਿਕਾਰਡ ਹੀ ਨਹੀਂ ਮਿਲੂਗਾ ਨੈਟ ਤੇ। ਤੇ ਜਿਵੇਂ ਤੁਸੀਂ ਦੱਸਿਆ ਕਿ ਕੈਂਸਲ ਗੀਤ ਹੁੰਦੇ ਆ, ਨਹੀਂ ਮਿਲਦੇ ਹੈਗੇ, ਤਾਂ ਤੁਹਾਡੇ ਕੋਲ ਕੰਪਨੀਆਂ ਵੀ ਆਉਂਦੀਆਂ ਹੈਗੀਆਂ, ਤੁਹਾਡੇ ਤੋਂ ਮੰਗਦੀਆਂ ਹੈਗੀਆਂ ਕਿ ਸਾਨੂੰ ਇਹ ਗੀਤ ਦੇ ਦਿਓ? ਫਿਰ ਬਹੁਤ ਵਧੀਆ ਗੱਲ, ਬਹੁਤ ਵਧੀਆ ਪ੍ਰਸ਼ਨ ਕੀਤਾ। HMV 'ਚ ਮੈਂ 2 ਨੰਬਰ ਕੱਢੇ ਨੇ। ਇੱਕ ਮੈਂ ਢਾਡੀ ਵਾਰਾਂ ਕੱਢੀਆਂ, ਇੱਕ ਮੈਂ ਜੀਵਨ ਕਥਾ ਗੁਰੂ ਨਾਨਕ ਦੇਵ ਜੀ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਕੱਢੀ। ਉਹ HMV ਨੇ ਮੇਰੇ ਕੋਲੋਂ ਉਹ ਨੰਬਰ ਲੈਤੇ। ਅੱਛਾ, ਇੱਕ ਤੁਹਾਨੂੰ ਹੋਰ ਮੈਂ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਇੱਕ ਫਿਲਮ ਆਈ ਸੀ ਦਵੰਗ, ਜਿਹਦਾ ਕੋਈ ਗਾਣਾ ਬੜਾ ਚਰਚਿਤ ਹੋਇਆ ਸੀ, ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ। HMV ਨੇ ਉਹਨਾਂ ਤੇ ਮੁਕੱਦਮਾ ਕਰਤਾ ਵੀ ਸਾਡੇ ਗੀਤ ਦੀ ਤੁਸੀਂ ਕਾਪੀ ਕੀਤੀ ਹੈ, ਤੇ ਉਹ ਰਿਕਾਰਡ ਉਹਨਾਂ ਨੂੰ ਕਿਤੋਂ ਵੀ ਨਹੀਂ ਮਿਲ ਰਿਹਾ ਸੀ। ਸਾਰੇ ਇੰਡੀਆ ਪੱਧਰ ਤੇ ਉਹਨਾਂ ਨੇ ਸਾਰੇ ਜਿਹੜੇ ਸੰਗੀਤ ਦੇ ਸਰੋਤੇ ਨੇ ਇਕੱਠੇ ਕਰਦੇ ਆ, ਉਹ ਰਿਕਾਰਡ ਨਾ ਮਿਲਿਆ, ਪਰ ਮੈਂ ਰਿਕਾਰਡ ਦਿੱਤਾ। ਉਹ ਉਹਨਾਂ ਦਾ ਜਿਹੜਾ HMV ਦਾ ਮੈਨੇਜਰ ਸੀ ਉਹ ਮੇਰੇ ਕੋਲੇ ਆਇਆ, ਤੇ ਗੀਤ ਕੀ ਸੀ, ਇਹ ਉੱਤਰ ਪ੍ਰਦੇਸ਼ ਦਾ ਗੀਤ ਸੀ, ਲੌਂਡਾ ਬਦਨਾਮ ਹੋਊਗਾ ਡਾਰਲਿੰਗ ਤੇਰੇ ਲਈ, ਇਹ ਗੀਤ ਸੀ। ਉਹ ਗੀਤ ਮੈਥੋਂ ਲੈਤਾ HMV ਕੰਪਨੀ ਅੰਮ੍ਰਿਤਸਰ। ਤਾਂ ਬਹੁਤ ਸਾਰੀ ਮਤਲਬ ਕਹਿ ਸਕਦੇ ਹੈਗੇ ਪੁਰਾਣੀਆਂ ਕਲੈਕਸ਼ਨ ਜਿਹੜੀਆਂ ਹੈਗੀਆਂ ਤੁਸੀਂ ਉਹ ਸਾਂਭ ਕੇ ਰੱਖੀਆਂ ਹੋਈਆਂ, ਤੇ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਬਹੁਤ ਪੁਰਾਣੀਆਂ ਹੈਗੀਆਂ, ਟੈਕਨੀਕਸ ਨਾਲ ਤੁਸੀਂ ਜਿਵੇਂ ਆਪਾਂ ਦਿਖਾਇਆ ਹੈਗੀਆਂ। ਬੜਾ ਕੁਛ ਪਿਆ ਜੀ ਅੰਦਰ। ਪਤਾ ਕੀ ਹੈ ਜੀ ਗਗਨ ਜੀ, ਥੱਲੇ 2 ਕਮਰੇ ਭਰੇ ਪਏ ਨੇ। ਦੇਖੋ ਕੱਲਾ ਬੰਦਾ ਡਿਊਟੀ ਕਰਦਾ ਰਿਹਾ, ਹੁਣੀ ਮੈਨੂੰ 4-5 ਮਹੀਨੇ ਰਿਟਾਇਰ ਹੋਏ ਨੂੰ ਹੋਇਆ, ਮੈਨੇਜਰ ਦੀ ਪੋਸਟ ਤੋਂ ਮੈਂ ਰਿਟਾਇਰ ਹੋਇਆ। ਬਾਕੀ ਤੁਹਾਨੂੰ ਪਤਾ ਹੈ ਇਹ ਬੱਚਿਆਂ ਵਾਂਗੂ ਸੰਭਾਲਣੇ ਪੈਂਦੇ ਨੇ, ਜੇ ਧੁੱਪ ਲੱਗ ਗਈ ਉਹ ਵੀ ਮਾੜਾ ਹੀ ਆ ਇਹਦੇ ਵਾਸਤੇ। ਦੇਖੋ ਟਿੱਡੀਆਂ ਹੋਰ ਜਿਹੜੇ ਮਤਲਬ ਜਾਨਵਰ ਨੇ ਇਹਨੂੰ ਕੱਟਦੇ ਆ, ਚੂਹਾ ਕੱਟ ਜਾਂਦਾ। ਮੈਂ ਸਪਰੇਅ ਹਰ ਹਫਤੇ ਬਾਅਦ ਉਹ ਕਰਦਾ। ਹੁਣ ਮੈਂ ਇੱਧਰ ਨੂੰ ਧਿਆਨ ਦੇ ਰਿਹਾ ਜ਼ਿਆਦਾ, ਕਿਉਂਕਿ ਮਟੀਰੀਅਲ ਬਹੁਤ ਇਕੱਠਾ ਹੋ ਗਿਆ, ਬਹੁਤ ਜ਼ਿਆਦਾ ਹੋ ਗਿਆ ਇੱਥੇ। ਇਹ ਤਾਂ ਨਾ ਮੈਂ ਅਜਿਹਾ ਕੰਮ ਕੀਤਾ ਪਿਆ ਜਿਹੜੇ ਕੰਮ ਸਰਕਾਰ ਕਰਦੀ ਹੈ ਉਹ ਮੈਂ ਕਰਕੇ ਦਿਖਾਤਾ।
ਕਿੰਨਾ ਕੁ ਟਾਈਮ ਜਿਹੜਾ ਹੈਗਾ ਤੁਸੀਂ ਹੁਣ ਜਿਵੇਂ ਫ੍ਰੀ ਹੋ ਗਏ, ਤੁਸੀਂ ਦੱਸਿਆ ਰਿਟਾਇਰ ਹੋ ਗਏ ਹੋ, ਤੇ ਦਿਨ ਦਾ ਕਿੰਨਾ ਕੁ ਟਾਈਮ ਜਿਹੜਾ ਹੈਗਾ ਤੁਸੀਂ ਇੱਥੇ ਆ ਕੇ ਸਪੈਂਡ ਕਰਦੇ ਹੈਗੇ? ਹੁਣ ਮੈਂ ਜੀ ਥੱਲਿਓਂ ਚੱਕ ਸਮਾਨ ਲਿਆਉਣਾ ਹੈ। ਮੇਰੇ ਨਾਲ ਬੈਠਾ ਮੁੰਡਾ ਰਾਜੂ ਹੈ ਜੀ, ਇਹ ਤੇਰਾ ਵੀ ਹੱਥ ਵਟਾ ਜਾਂਦਾ ਹੈ। ਚੱਕ ਕੇ ਮੈਂ ਰਾਜੂ ਚੱਲ ਥੱਲੇ ਜਾ, ਤੇ ਉਹ ਲਿਆਉਂਦਾ, ਫਿਰ ਮੈਂ ਸਾਫ਼ ਕਰ ਦਿੰਦਾ। ਇਹਦੇ 8-8 ਘੰਟੇ ਲੱਗ ਜਾਂਦੇ ਆ ਜੀ, ਕੱਪੜਾ ਕਰਕੇ ਗਿੱਲਾ ਹੁਣ ਸਾਫ਼ ਕਰਕੇ ਫਿਰ ਉਹਨੂੰ ਉਹ ਕਰਦਾ। ਆਹ ਦੇਖੋ ਇਸ ਤਰ੍ਹਾਂ ਦੇ ਲਿਫਾਫੇ ਰੱਖੇ ਨੇ, ਲਿਫਾਫੇ ਦਿੱਲੀੋਂ ਬੰਬਈ ਤੋਂ ਮੰਗਾਉਣਾ, ਇਹਦੇ ਉੱਪਰ ਚਾੜਦਾ, ਕਵਰ ਚਾੜਦਾ ਜਿਹਨਾਂ ਦੇ ਉੱਪਰ। ਓਕੇ। ਤੇ ਬਾਕੀ ਰੈਪਰ ਨੇ, ਦੇਖੋ ਜਿਹੜਾ ਰਿਕਾਰਡ ਦਾ ਰੈਪਰ ਖਰਾਬ ਹੋ ਗਿਆ, ਫਿਰ ਆਹ ਦੇਖੋ ਰਿਕਾਰਡ ਪੁਰਾਣਾ ਸੀ, ਦੇਖੋ ਇਹਦੇ ਵਿੱਚ ਮੈਂ ਰੈਪਰ ਆ ਪਾਇਆ, ਨਵਾਂ ਰੈਪਰ ਬਣਾਇਆ HMB ਦਾ, ਉਹਦੇ ਉੱਪਰ ਪਾ ਕੇ, ਕਿਉਂਕਿ ਰਿਕਾਰਡ ਖਰਾਬ ਨਾ ਹੋਵੇ ਜੀ। ਉਹ ਇਹਨਾਂ ਦੀ ਡਿਊਰੇਸ਼ਨ ਦੀ ਆਪਾਂ ਗੱਲ ਕਰੀਏ ਕਿ ਇਹਨਾਂ ਦੀ ਕੀ ਹੁੰਦੀ ਹੈਗੀ ਕਿ ਕਿੰਨੇ ਟਾਈਮ ਤੱਕ ਚੱਲਦੇ ਹੈਗੇ ਨੇ? ਇਹ ਗੱਲ ਗਗਨ ਜੀ ਇਹ ਹੈ, ਇਹ ਨਹੀਂ ਮਰਦੀ। ਅੱਛਾ। ਇਹ ਰਹਿੰਦੀ ਦੁਨੀਆ ਤੱਕ ਇਹ ਰਹਿਣਗੇ, ਕਿਉਂਕਿ ਇਹ ਮਾਸਟਰਪੀਸ ਹੈ। ਦੇਖੋ ਸੀਡੀਆਂ ਆ ਗਈਆਂ, ਪੈਨ ਡਰਾਈਵ ਆ ਗਈ, ਪਰ ਜਿਹੜੇ ਬੰਦੇ ਸੰਗੀਤ ਨੂੰ ਪਿਆਰ ਕਰਦੇ ਨਾ, ਰਿਕਾਰਡਾਂ ਨੂੰ ਸੁਣਦੇ ਨੇ, ਜਿਹੜੀ ਰਿਕਾਰਡ ਦੀ ਕੁਆਲਿਟੀ ਹੈ ਨਾ, ਉਹ ਰਿਕਾਰਡ ਹੀ ਹੈ, ਉਹ ਸੀਡੀ ਔਰ ਪੈਨ ਡਰਾਈਵ ਮੁਕਾਬਲਾ ਨਹੀਂ ਕਰ ਸਕਦੇ। ਜਿਹੜੀ ਰਿਕਾਰਡ ਦੀ ਕੁਆਲਿਟੀ ਹੈਗੀ ਉਹ ਰਿਕਾਰਡ ਦੀ ਹੈਗੀ ਹੈ। ਤੇ ਜਦੋਂ ਆਪਾਂ ਅੰਦਰ ਆ ਰਹੇ ਸੀ, ਤੁਸੀਂ ਨੀਚੇ ਬੈਠ ਕੇ ਉਹ ਸੁਣ ਰਹੇ ਸੀਗੇ ਰਿਕਾਰਡ, ਉਹ ਗ੍ਰਾਮੋਫੋਨ ਦੇ ਉੱਤੇ ਸੁਣ ਰਹੇ ਸੀਗੇ। ਮੈਂ ਤੁਹਾਨੂੰ ਗੱਲ ਪਹਿਲਾਂ ਕੀਤੀ ਸੀ। ਹਾਂਜੀ। ਜਿਹੜੇ ਪੁਰਾਣੇ ਬਜ਼ੁਰਗ ਨੇ, ਤੁਹਾਨੂੰ ਦੱਸਾਂ, ਜਿਹੜੇ ਗੋਰੇ ਅੰਗਰੇਜ਼ ਨੇ, ਉਹ ਰਿਕਾਰਡ ਜਿਸ ਤਰ੍ਹਾਂ ਦਾ ਤੁਹਾਡੇ ਕੋਲੇ ਹੈ ਉਸ ਤਰ੍ਹਾਂ ਦਾ ਪਸੰਦ ਕਰਦੇ ਨੇ। ਉਹਦੇ ਵਿੱਚ ਜੇ ਮਾੜੀ ਜਿਹੀ ਉਹ ਵੀ ਆਊਗੀ ਨਾ ਸਰਸਰ ਦੀ ਆਵਾਜ਼, ਉਹਨੂੰ ਪਸੰਦ ਕਰਦੇ ਨੇ। ਦੇਖੋ ਹਰੇਕ ਦਾ ਆਪਣਾ ਆਪਣੀ ਉਹ ਹੁੰਦੀ ਹੈ, ਹਾਂ, ਟੇਸਟ ਹੁੰਦਾ ਆਪਦਾ। ਜਿਹੜੇ ਪੁਰਾਣੇ ਪਿੰਡਾਂ ਵਾਲੇ ਬਜ਼ੁਰਗ ਨੇ, ਕਿਉਂਕਿ ਉਹਨਾਂ ਨੇ ਮਸ਼ੀਨਾਂ ਦੇਖੀਆਂ, ਵਿਆਹ ਸ਼ਾਦੀਆਂ 'ਚ ਉਹ ਜ਼ਮਾਨਾ ਸੀ, ਜਦੋਂ 4-4 3-3 ਸਪੀਕਰ ਵੱਜਦਾ ਸੀ। ਉਹ ਮੇਰੇ ਕੋਲ ਲਾਲੀ ਸਾਨੂੰ ਯਾਰ ਆਹ ਮਸ਼ੀਨ ਦੇਣਾ ਨਵੀਂ ਦੇਣਾ, ਸਾਨੂੰ ਜਿਹੜੀ ਪੁਰਾਣੀ ਮਸ਼ੀਨ ਹੈ। ਮੇਰੇ ਕੋਲ 102 ਮਾਡਲ, 114, 101 ਜਿਹੜੇ। ਅੱਛਾ, ਤੇ ਤੁਹਾਡੇ ਤੋਂ ਮਸ਼ੀਨਾਂ ਲੈ ਕੇ ਵੀ ਚਲੇ ਜਾਂਦੇ ਆ? ਨਹੀਂ, ਮਸ਼ੀਨਾਂ ਨਹੀਂ ਲੱਗਦੇ। ਦੇਖੋ ਜੀ ਮਸ਼ੀਨ ਆ ਕੇ ਸੁਣਨਾ ਹੈ, ਸੁਣਦੇ ਆ, 2-2 ਘੰਟੇ ਬਹਿੰਦੇ ਨੇ ਵਿਚਾਰੇ। ਆਉਂਦੇ ਅਫਸਰ ਆਉਂਦੇ ਨੇ, ਪੁਲਿਸ ਦੇ ਅਫਸਰ ਆਉਂਦੇ ਨੇ, ਹੋਰ ਆਉਂਦੇ ਨੇ, ਬੜੇ ਸੁਵਿਧਾ, ਅੰਗਰੇਜ਼ਾਂ ਅਮਰੀਕਾ ਦੇਸ਼ਾਂ ਤੋਂ ਆਉਂਦੇ ਮੇਰੇ ਕੋਲ, ਟਾਈਮ ਲੈਂਦੇ ਆ। ਹੁਣ ਮੇਰੇ ਕੋਲੇ ਨਾ ਮੈਂ ਟਾਈਮ ਨਹੀਂ ਦੇ ਰਿਹਾ, ਕਿਉਂਕਿ ਮੈਂ ਇੱਕ ਤਾਂ ਘਰ ਨਵਾਂ ਪਾਇਆ। ਇੱਕ ਆਹ ਜਿਹੜੀ ਚੀਜ਼ ਹੈ, ਇਹਨੂੰ ਅਜੇ ਮੈਂ ਤੁਸੀਂ ਦੇਖਿਆ, ਹੁਣ ਤੁਸੀਂ ਮੇਰਾ ਹੱਥ ਵਟਾਇਆ ਥੋੜ੍ਹਾ ਜਿਹਾ, ਕਿਉਂਕਿ ਇਹ ਚੀਜ਼ ਵੱਲ ਮੈਂ ਹੁਣ ਧਿਆਨ ਦਿੱਤਾ ਹੋਇਆ, ਕਿਉਂਕਿ ਮੈਂ ਵਿਹਲਾ ਹੋ ਗਿਆ। ਤੇ ਇਸ ਨੂੰ ਮੈਂ ਨਵੀਂ ਤਕਨੀਕ ਨਾਲ ਹੋਰ ਥੋੜ੍ਹਾ ਸੋਧ ਕਰ ਰਿਹਾ, ਬਣਾ ਰਿਹਾ ਥੱਲੇ, ਕਿਉਂਕਿ ਮੈਂ ਜਿਹੜੀ ਤੁਸੀਂ ਤੁਹਾਡੇ ਨਾਲ ਗੱਲ ਹੋਈ, ਮੈਂ ਇੱਕ ਪੇਂਡੂ ਸੱਭਿਆਚਾਰ ਮੁਤਾਬਕ ਮਤਲਬ ਕਲੈਵਰੀ ਸਥਾਪਿਤ ਕਰਨ ਨੂੰ ਹੋਰ, ਕਿਉਂਕਿ ਜੇ ਪਿੰਡਾਂ ਦੇ ਮਕਾਨ ਹੁੰਦੇ ਸੀ, ਉਸ ਤਰ੍ਹਾਂ ਦੀ ਚੀਜ਼ ਬਣਾਉਣ ਦਾ ਮੈਂ ਯਤਨ ਕਰ ਰਿਹਾ। ਤੇ ਮੈਂ ਚਾਹੁੰਦਾ ਕਿ ਆਪਾਂ ਹੁਣ ਚੱਲਦੇ ਹਾਂ ਨੀਚੇ ਜੀ, ਤੇ ਉਹ ਗ੍ਰਾਮੋਫੋਨ ਦੇ ਉੱਤੇ ਕੋਈ ਪੰਜਾਬੀ ਗੀਤ ਜਿਹੜੇ ਹੈਗੇ ਆ ਉਹ ਵੀ ਆਪਾਂ ਸੁਣਦੇ ਹਾਂ। ਆ ਜਾਓ। ਬਹੁਤ ਖੂਬ ਜੀ, ਬਹੁਤ ਖੂਬ। ਲਾਲੀ ਸਾਹਿਬ, ਮਤਲਬ ਇਹ ਚੀਜ਼ ਵੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਇਹ ਵੀ ਬਹੁਤ ਘੱਟ ਹੀ ਹੁੰਦੀ ਹੈ ਜੀ, ਬਹੁਤ ਘੱਟ ਲੋਕਾਂ ਕੋਲ ਇਹ ਚੀਜ਼ ਹੈ। ਇਸ ਦਾ ਸ਼ੌਂਕ ਜਿਹੜਾ ਹੈਗਾ ਉਹ ਵੀ ਬਹੁਤ ਘੱਟ ਲੋਕਾਂ ਕੋਲ ਹੈ। ਤੇ ਜਿਹੜੇ ਤੁਸੀਂ ਇਹ ਗ੍ਰਾਮੋਫੋਨ ਰੱਖੇ ਹੋਏ ਨੇ, ਇਹ ਕਿਹੜੇ ਈਅਰਸ ਦੇ ਉਹ ਲੈ ਕੇ ਆਏ ਸੀ ਤੁਸੀਂ? ਬਹੁਤ ਮਹਿੰਗੀਆਂ ਮਿਲੀਆਂ ਜੀ, 114 ਮਾਡਲ, 101, 102 ਮਾਡਲ। ਅੱਛਾ ਜੀ। ਕੋਈ 75 ਸਾਲ, ਕੋਈ 65 ਸਾਲ, ਕੋਈ 80 ਸਾਲ, ਹੋਰ ਅੰਦਰ ਬਹੁਤ ਪੁਰਾਣੀਆਂ ਮਸ਼ੀਨਾਂ ਪਈਆਂ ਨੇ ਮੇਰੇ ਕੋਲ, ਬਹੁਤ ਮਹਿੰਗੀਆਂ ਮਸ਼ੀਨਾਂ ਪਈਆਂ ਨੇ। ਓਕੇ। ਇਹ ਰਿਕਾਰਡਾਂ ਨੂੰ ਵਜਾਉਂਦੀਆਂ ਨੇ ਜੀ। ਆਹ ਵੀ ਜਿਹੜੀ ਦੇਖੋ 70-75 ਸਾਲ ਦੀ ਮਸ਼ੀਨ ਹੈ, ਅਜੇ ਠੀਕ ਚੱਲ ਰਹੀ ਹੈ। ਦੇਖੋ। ਹਾਂਜੀ ਹਾਂਜੀ। ਤੇ ਨਾ ਕੋਈ ਬਿਜਲੀ ਦੀ ਲੋੜ ਹੈਗੀ ਹੈ, ਬਸ ਭਰੋ ਤਾਂ ਨਾਲ ਦੀ ਨਾਲ ਚੱਲ ਪੈਂਦੀ ਹੈਗੀ ਹੈ ਜੀ। ਮਤਲਬ ਇਹਦਾ ਵੀ ਨਜ਼ਾਰਾ ਵੱਖਰਾ ਹੈਗਾ ਜੀ। ਉੱਪਰ ਸੁਣ ਕੇ ਆਏ ਆ, ਉਹਦਾ ਵੀ ਨਜ਼ਾਰਾ ਵੱਖਰਾ ਸੀਗਾ ਜੀ। ਪੁਰਾਣੇ ਬਜ਼ੁਰਗ ਨੇ ਉਹ ਪਸੰਦ ਕਰਦੇ, ਉਹ ਇਹਦੇ ਪਸੰਦ ਕਰਦੇ ਗਾਣੇ ਸੁਣਨੇ, ਉੱਪਰਲੀਆਂ ਮਸ਼ੀਨਾਂ ਤੇ ਨਹੀਂ ਕਰਦੇ। ਕਹਿੰਦੇ ਇਹਦੇ ਸੁਣਾਓ ਸਾਨੂੰ। ਤੇ ਤੁਹਾਨੂੰ ਜ਼ਿਆਦਾ ਮਜ਼ਾ ਕਿਸ ਚਾਹੁੰਦਾ, ਉੱਪਰਲੀ ਮਸ਼ੀਨ ਤੇ ਕਿ ਵਾਲੀ ਮਸ਼ੀਨ ਤੇ ਜੀ? ਇਹਦਾ ਨਜ਼ਾਰਾ ਲੱਗਾ ਜੀ, ਨਜ਼ਾਰਾ ਲੱਗ ਗਿਆ ਹੈਗਾ। ਤੇ ਜਦੋਂ ਤੁਸੀਂ ਮਤਲਬ ਫ੍ਰੀ ਬੈਠੇ ਹੁੰਦੇ ਹੋ, ਬਾਹਰ ਬੈਠੇ ਹੁੰਦੇ, ਮੌਸਮ ਸੋਹਣਾ ਹੁੰਦਾ, ਫਿਰ ਤੁਸੀਂ ਇਸ ਦੀ ਗਾਣੇ ਸੁਣਦੇ ਹੋ? ਜਿਵੇਂ ਅੱਜ ਮੀਂਹ ਪਿਆ ਗਗਨ ਜੀ, ਹਾਂਜੀ, ਬਸ ਅੱਜ ਜਦੋਂ ਪਰ ਮੌਸਮ ਵਧੀਆ ਹੁੰਦਾ, ਅਸੀਂ ਆਪਦੇ ਰੰਗ 'ਚ ਰੰਗੇ ਹੁੰਦੇ ਆ, ਤੇ ਫਿਰ ਲਾਉਣੇ ਗਾਣੇ ਇਹ। ਤੇ ਏਦਾਂ ਵੀ ਹੁੰਦਾ ਕਿ ਆਂਢ ਗੁਆਂਢ ਤੋਂ ਪਿੰਡਾਂ ਵਾਲੇ ਆਉਂਦੇ ਨੇ? ਬਥੇਰੇ ਆਉਂਦੇ, ਬਹੁਤ ਆਉਂਦੇ, ਬੜੇ ਹੁੰਦੀਆਂ। ਅੱਛਾ, ਤੇ ਫਰਮਾਇਸ਼ ਕਰਦੇ ਕਿ ਸਾਨੂੰ ਆਹ ਵਾਲਾ ਗਾਣਾ ਸੁਣਾਓ, ਮਤਲਬ ਮਹਿਫਲਾਂ ਪੂਰੀ ਲੱਗਦੀਆਂ ਹੈਗੀਆਂ। ਤੇ ਜਿਵੇਂ ਮੈਂ ਇੱਧਰ ਵੀ ਦੇਖ ਰਿਹਾ ਕਾਫੀ ਸਾਰੇ ਰਿਕਾਰਡ ਜਿਹੜੇ ਹੈਗੇ ਆ, ਤੁਸੀਂ ਇਹ ਵੀ ਰੱਖੇ ਹੋਏ ਆ ਸਾਂਭ ਕੇ, ਤੇ ਇਹ ਕੱਦ ਜਿਹੜੇ ਹੈਗੇ ਤੁਸੀਂ ਰਿਕਾਰਡਸ ਲੈ ਕੇ ਆਏ ਸੀਗੇ ਜੀ? ਹਾਂਜੀ ਹਾਂਜੀ। ਦੇਖੋ ਜਿਵੇਂ ਆ ਜੱਗਾ ਹੈ, ਹਾਂਜੀ, ਇਹ ਕੀਮਤੀ ਰਿਕਾਰਡ ਹੈ ਜੀ। ਛੱਟੇ ਫੇਅਰ ਇੰਗਲਿਸ਼ ਰਿਕਾਰਡ ਹੈ। ਓਕੇ। ਸਟਾਲਿਨ ਦੀ ਆਵਾਜ਼ ਹੈ। ਕੀ ਬਾਤ ਹੈ। ਮਹਾਤਮਾ ਗਾਂਧੀ ਦੀ ਆਵਾਜ਼ ਹੈ। ਅੱਛਾ ਜੀ। ਸੁਭਾਸ਼ ਚੰਦਰ ਬੋਸ ਦੀ ਆਵਾਜ਼ ਹੈ। ਆ ਵੀ ਰਿਕਾਰਡ ਬਾਹਰਲਾ ਜੀ। ਹਾਂਜੀ, ਬਾਹਰਲਾ ਰਿਕਾਰਡ ਹੈ, ਕੈਨੇਡਾ ਦਾ ਰਿਕਾਰਡ ਹੈ, ਓਕੇ। ਜਵਾਹਰ ਲਾਲ ਨਹਿਰੂ ਦਾ ਹੈ, ਮਹਾਤਮਾ ਗਾਂਧੀ ਦੀ ਆਵਾਜ਼ ਹੈ। ਅੱਛਾ ਜੀ।
ਸ਼ਾਸਤਰੀ ਰਾਧਾ ਕ੍ਰਿਸ਼ਨ ਤੇ ਡਾਕਟਰ ਜਾਕਰ ਹੁਸੈਨ ਦੀ ਆਵਾਜ਼ ਹੈ ਜੀ। ਵਿਸਾਖੀ ਮੇਲਾ ਪੰਜਾਬੀ ਹੈ। ਕੀ ਬਾਤ ਹੈ। ਲਾਰਡ ਮਾਊਂਟਬੈਟਨ ਦੀ ਆਵਾਜ਼ ਹੈ ਜੀ। ਓਕੇ। ਅੱਜ ਨੈਕਸਟ ਪ੍ਰੈਜ਼ੀਡੈਂਟ ਕੋਈ ਮੌਂਟ ਸਾਹਿਲ ਕੋਈ ਅਮਰੀਕਾ ਦਾ ਸੀ ਜੋ ਵੋਟਾਂ 'ਤੇ ਖੜਾ ਹੋਊਗਾ, ਉਹਦਾ ਪੂਰੀ ਸਪੀਚ ਹੈ। ਅੱਛਾ ਜੀ। ਪੰਜਾਬੀ ਰਿਕਾਰਡ ਹੈ ਫਿਲਮਾਂ ਦੇ। ਕੀ ਬਾਤ ਹੈ। ਸੋਹਣੀ ਮਹੀਵਾਲ ਦਾ ਕਿੱਸਾ ਹੈ। ਅੱਛਾ ਜੀ। ਔਰ ਰਿਕਾਰਡ ਬਹੁਤ ਮੁਸ਼ਕਲ ਮਿਲਦਾ ਹੈ। ਅਣਖੀਲੀ ਮੁਟਿਆਰ ਪੰਜਾਬੀ ਫਿਲਮ ਹੋਈ ਸੀ। ਅੱਛਾ ਜੀ। ਇਹ 7ਵਾਂ ਨੰਬਰ ਹੈ। ਅੱਛਾ ਅੱਛਾ। ਸ਼ਿਵ ਕੁਮਾਰ ਬਟਾਲ ਵੀ ਹੈ। ਮੁਹੰਮਦ ਸਦੀਕ ਰਣਜੀਤ ਕੌਰ ਨਵੀਂ ਫਿਲਮ ਆਈ ਸੀ ਦਿਲ ਵਾਲੇ ਦੁਨੀਆ ਲੈ ਜਾਏਂਗੇ। ਵਾਕਈ ਮਤਲਬ ਕਿਹਾ ਜਾ ਸਕਦਾ ਹੈਗਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਿਹੜਾ ਤੁਸੀਂ ਇਹ ਸ਼ੌਂਕ ਬਣਾਇਆ ਹੈਗਾ ਬਿਲਕੁਲ ਜੀ ਇਸ ਨੂੰ ਸਲੂਟ ਕਰਦੇ ਹਾਂ ਜੀ ਅਸੀਂ। ਗਗਨ ਜੀ ਗੱਲ ਇਹ ਹੈ ਥੋੜਾ ਧੰਨਵਾਦ ਤੁਸੀਂ ਜਿਹੜਾ ਟਾਈਮ ਕੱਢ ਕੇ ਮੇਰੇ ਨਿਮਾਣੇ ਜਿਹੇ ਵਿਅਕਤੀ ਕੋਲ ਆਏ ਹੋ। ਜਿਹੜੀ ਮੈਂ ਸੇਵਾ ਕੀਤੀ ਆ ਚਲੋ ਉਹਦਾ ਮੁੱਲ ਪਾਇਆ ਹੈ ਤੇ ਸਰੋਤਿਆਂ ਨੂੰ ਜਿਹੜੀ ਮੇਰੇ ਕੋਲ ਚੀਜ਼ ਖਜ਼ਾਨਾ ਸੰਭਾਲਿਆ ਹੋਇਆ ਉਹ ਸਰੋਤਿਆਂ ਤੱਕ ਹੀ ਪਹੁੰਚੂਗਾ ਤੇ ਸਰੋਤਿਆਂ ਨੂੰ ਪਤਾ ਲੱਗੇਗਾ ਵੀ ਲਾਲੀ ਨੇ ਕੁਛ ਕੰਮ ਕੀਤਾ ਹੋਇਆ ਹੈ। ਮੈਨੂੰ ਇੱਕ ਦੱਸ ਦਿਓ, ਇੱਕ ਖੁਸ਼ੀ ਹੋ ਰਹੀ ਹੈ ਵੀ ਮੈਨੂੰ 4 ਅਵਾਰਡ ਮਿਲੇ ਨੇ ਖੇਤਰ ਦੇ ਵਿੱਚ। ਇੱਕ ਤਾਂ ਲਿਮਕਾ ਬੁੱਕ ਆਫ ਰਿਕਾਰਡ, ਸਟੇਟ ਅਵਾਰਡ ਮੈਂ ਪਹਿਲਾ ਵਿਅਕਤੀ ਹਾਂ ਜਿਹਨੂੰ ਸਟੇਟ ਅਵਾਰਡ ਮਿਲਿਆ ਪੰਜਾਬ ਸਰਕਾਰ ਵੱਲੋਂ। ਤੀਜਾ ਨਾਮ ਮੈਨੂੰ ਸੈਂਟਰ ਅਵਾਰਡ ਸੁਸ਼ਮਾ ਸਵਰਾਜ ਤੋਂ ਮਿਲਿਆ। ਚੌਥਾ ਮੈਨੂੰ ਇੰਡੀਆ ਦੀ ਕਿਤਾਬ ਹੈ ਉਹਦੇ ਵਿੱਚ ਵੀ ਫਸਟ ਆਇਆ। ਹਾਂ, ਉਹਦੇ ਵਿੱਚ ਵੀ ਆਇਆ ਮੈਂ। ਤੇ ਹੋਰ ਵੀ ਮੈਨੂੰ ਅਨੇਕਾਂ ਜਿਹੜੇ ਮੇਲੇ ਨੇ ਲੱਗਦੇ ਨੇ ਉੱਥੇ ਬੜਾ ਮਾਣ ਸਨਮਾਨ ਮਿਲਿਆ ਤੇ ਮੇਰਾ ਜਿਹੜਾ ਸਿਲਸਿਲਾ ਹੈ ਇਸ ਤਰ੍ਹਾਂ ਚੱਲੀ ਜਾਂਦਾ ਜੇ ਵੀ। ਬਿਲਕੁਲ ਜੀ। ਤੇ ਅਸੀਂ ਵੀ ਰੱਬ ਨੂੰ ਇਹੀ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਇਹ ਸਿਲਸਿਲਾ ਹੈਗਾ ਇਦਾਂ ਹੀ ਚੱਲਦਾ ਰਹੇ ਤੇ ਜਿਹੜੇ ਤੁਸੀਂ ਹੋਰ ਰਿਕਾਰਡ ਹੈਗੇ ਆ ਉਹ ਇਦਾਂ ਹੀ ਬਣਾਉਂਦੇ ਰਹੋ ਤੇ ਜਿਹੜੀ ਤੁਸੀਂ ਸੰਗੀਤ ਦੇ ਨਾਲ ਜਿਹੜੀ ਇਹ ਵਿਰਾਸਤ ਦੀ ਤੁਸੀਂ ਸੇਵਾ ਕਰ ਰਹੇ ਹੋ ਇਹ ਵੀ ਤੁਸੀਂ ਇਦਾਂ ਹੀ ਨਿਭਾਉਂਦੇ ਰਹੋ। ਥੈਂਕ ਯੂ ਸੋ ਮਚ ਗੁਰਮੁਖ ਸਿੰਘ ਰਾਵੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।